ਇਹਨੇ ਇਸ ਵਕਤ ਮੁੜ ਸ਼ੁਰੂ ਕਰ। ਇਸ ਵਕਤ ਨਾ ਸਾਡਾ ਚੈਲੰਜ ਐਵਰੇਜ ਵਧਾਉਣਾ ਨਹੀਂ ਹੈ। ਅਸੀਂ ਬੜੀ ਵੱਡੀ ਗਲਤਫਹਿਮੀ 'ਚ ਪਏ ਹੋਏ ਹਾਂ। ਇਸ ਵਕਤ ਸਾਡਾ ਚੈਲੰਜ ਹੈ ਐਵਰੇਜ ਬਚਾਉਣਾ। ਕਿਵੇਂ ਸਿਆਣਿਆਂ ਦੇ ਨੇ ਵੀ 20 ਪੁਰਾਣਾ ਹੋ ਜਾਵੇ ਤੁਰੂ ਜਾਂਦਾ। ਵੇਖਿਆ ਜੀ ਅੱਖਾਂ ਨਾਲ ਕਿ ਕੋਈ ਨਹੀਂ, ਮਕਈਆਂ 'ਚ ਵਹਿੰਦੇ ਪੈ ਜੇ। ਪਿਛਲੀ ਵਾਰੀ ਮੁੰਜੀ 'ਚ ਵੇਖਿਆ ਜੇ, ਹਾਈਬ੍ਰਿਡ 'ਚ ਵੇਖਿਆ ਜੇ। ਇਹ ਕਦੋਂ ਹੁੰਦਾ ਹੈ? ਉਸ ਤੋਂ ਪਿਛਲੇ ਸਾਲ ਸ਼ਾਇਦ ਤੁਹਾਡਾ ਨਹੀਂ ਗੰਨੇ ਦੀ ਬੈਲਟ ਦੇ ਵਿੱਚ ਗੰਨੇ ਸਿੱਟੇ ਕਰਨੇ ਸ਼ੁਰੂ ਕਰ। ਇਸ ਵਕਤ ਬੀਜ ਦੀ ਕਾਇਨਾਤ ਵੀ ਕਿਉਂ ਵਾਸ਼ ਹੋ ਗਿਆ? ਬਿਹਤਰੀਨ ਬੀਜ ਸੀ, ਬਿਮਾਰੀ ਪੈਣੀ ਸ਼ੁਰੂ ਹੋ ਗਈ। ਜਿਵੇਂ ਬੀਜ ਜਿਹੜਾ ਹੈ ਪੁਰਾਣਾ ਹੁੰਦਾ ਜਾਂਦਾ ਕਿਸੇ ਮਾਰਕੀਟ, ਉਹਦੀ ਕੁਵਤ ਮੁਦਾਫਤ ਘਟਦੀ ਜਾਂਦੀ ਹੈ। ਉਹ ਬੀਜ ਦੀ ਪਾਵਰ ਮੌਸਮ ਬਰਦਾਸ਼ਤ ਕਰਨ ਦੀ ਘਟਦੀ ਜਾਂਦੀ, ਕੁਦਰਤੀ ਚੀਜ਼ ਨੈਚੁਰਲ ਹੈ। ਦੂਜੀ ਤਬਦੀਲੀ ਇਹ ਆ ਗਈ ਕਿ ਸਾਡਾ ਜਿਹੜਾ ਟੈਂਪਰੇਚਰ ਹੈ ਮੌਸਮ ਦਾ ਉਹ ਨਹੀਂ ਰਿਹਾ ਜਿਵੇਂ ਅਸੀਂ ਤਰਤੀਬਾਂ ਪਹਿਲੇ ਬਣਾਈਆਂ ਹੋਈਆਂ ਸੀ। ਫਲਾਣੇ ਮਹੀਨੇ 'ਚ ਫਲਾਣੀ ਸ਼ਾ ਲਾ ਦਿਓ, ਫਲਾਣੇ ਮਹੀਨੇ ਕਿਤਾਬਾਂ 'ਚ ਲਿਖਿਆ ਉਹ 20 ਸਾਲ ਪੁਰਾਣਾ ਸੀ, ਉਵੇਂ ਕਰ। ਇਸ ਵਕਤ ਜਿਹੜੀ ਟੈਂਪਰੇਚਰ ਦੀ ਸੂਰਤ ਹਾਲ ਹੈ ਜਾਂ ਮੌਸਮੀ ਤਬਦੀਲੀ ਦੀ ਸੂਰਤ ਹਾਲ ਹੈ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੀ ਕਰ ਸਕਦੇ ਹਾਂ ਕਿ ਬੂਟਾ ਇੰਨਾ ਤਗੜਾ ਹੋਵੇ, ਜੇ ਬੀਜ ਤਗੜਾ ਨਹੀਂ ਤੇ ਬੂਟਾ ਤਗੜਾ ਹੋਵੇ ਕਿ ਉਹ ਮੌਸਮ ਦਾ ਝਟਕਾ ਚੱਲ ਜਾਵੇ। ਤੇ ਇਹਦੀ ਜਿਹੜੀ ਲੇਟੈਸਟ ਰਿਸਰਚ ਹੈ, ਮੌਸਮ ਦਾ ਝਟਕਾ ਕਿਹੜੀ ਸ਼ਾ ਚੱਲ ਸਕਦੀ ਹੈ? ਪਨੀਰੀ ਹੈ। ਪਨੀਰੀ ਦੀ ਗੰਨੀ ਮੋਟੀ ਨਹੀਂ ਹੈ, ਕੱਦ ਜਿੰਨਾ ਮਰਜ਼ੀ ਲੰਮਾ ਤੁਸੀਂ ਯੂਰੀਆ ਪਾ ਕੇ ਕਰ ਲਓ, ਐਂਡ ਤੇ ਆ ਕੇ ਉਹਨੇ ਕੋਈ ਨਾ ਕੋਈ ਜਿਹੜਾ ਨਾ ਉਹ ਪਾਵਰ ਵਿੱਚ ਮੁੰਝਰ ਨਹੀਂ ਚਾਹੂ, ਜਾਂ ਉਹਦੇ ਜਿਹੜੇ ਵਿੱਚ ਦਾਣੇ ਖਾਲੀ ਜ਼ਿਆਦਾ ਰਹਿ ਜਾਣਗੇ। ਅਗੇਤੀ 15-0 ਇਸੇ ਵਜ੍ਹਾ ਤੋਂ ਦਾਣੇ ਖਾਲੀ ਜ਼ਿਆਦਾ ਸ਼ੋ ਕਰ ਜਾਂਦੀ, ਕਿਉਂਕਿ ਉਹਦੀ ਪੋਲੀਨੇਸ਼ਨ ਦੇ ਟਾਈਮ ਗਰਮੀ ਜ਼ਿਆਦਾ। ਗਰਮੀ ਤੋਂ ਬਚਾਉਣ ਵਾਸਤੇ ਕਿਹੜੀ ਚੀਜ਼ ਹੈ ਇਸ ਟਾਈਮ ਆਪਣੇ ਕੋਲ ਆਪਸ਼ਨ ਵੀ ਜਿਹੜੀ ਉਹਨੂੰ ਬਰਦਾਸ਼ਤ ਕਰਾਉਣ ਦੇ ਕਾਬਲ ਕਰੇ? ਉਹ ਸਿਰਫ ਔਰ ਸਿਰਫ ਇੱਕ ਫਾਸਫੋਰਸ ਹੈ ਤੇ ਇੱਕ ਲੇਟੈਸਟ ਕੈਮੀਕਲ ਬਰਾਸੀਨੋਸਟੀਰਾਇਡ। ਇਹ ਕੋਈ 2-3 ਕੈਮੀਕਲ ਐਸੇ ਨੇ ਜਿਹੜੇ ਮਾਰਕੀਟ ਹੈ, ਸਿਲਿਕਾ, ਇਹ 2-3 ਕੈਮੀਕਲ ਮਾਰਕੀਟ ਲੇਟੈਸਟ ਜਦੀਦ ਨੇ ਵੀ ਇਹ ਪੌਦੇ ਨੂੰ ਸਟੀਰਾਇਡ ਬੰਦੇ ਲੈਂਦੇ ਨੇ, ਜਿਵੇਂ ਬਾਡੀ ਬਿਲਡਰ ਲੈਂਦੇ ਨੇ, ਇਵੇਂ ਪੌਦਿਆਂ ਦਾ ਸਟੀਰਾਇਡ ਆ ਸਪਰੇ ਹੋਵੇਗਾ। ਅਮਾਈਨੋ ਐਸਿਡ ਤੋਂ ਅਗਲੀ ਚੀਜ਼ ਹੈ, ਉਹ ਸਪਰੇ ਹੋਵੇਗਾ, ਪੌਦੇ ਨੂੰ ਇਸ ਕਾਬਲ ਕਰ ਦੇਗਾ ਕਿ ਗਰਮੀ ਦਾ ਝਟਕਾ ਵੀ ਉਹ ਬਰਦਾਸ਼ਤ ਕਰੇ। ਅਸੀਂ ਮੁਕੰਮਲ ਅਮਾਈਨੋ ਐਸਿਡ ਦੀ ਬਜਾਏ ਜਿਹੜਾ ਸਟੀਰਾਇਡ ਬਰਾਸੀਨੋਸਟੀਰਾਇਡ, ਔਰ ਉਹਦਾ ਜ਼ੈਂਗ ਬੈਂਕ ਜਿਹੜਾ ਹੈ ਦੇ ਰਹੀ ਹੈ ਬਰਾਸੀਨੋਸਟੀਰਾਇਡ, ਮਲਟੀਨੈਸ਼ਨਲ ਅਦਾਰਾ ਹੈ, ਪਾਕਿਸਤਾਨ ਹੀ ਦੇ ਰਿਹਾ ਔਰ ਸਭ ਤੋਂ ਪਹਿਲਾ ਅਦਾਰਾ, ਔਰ ਉਹਦਾ ਬਹੁਤ ਅੱਛਾ ਰਿਜ਼ਲਟ। ਆਮ ਤੌਰ ਤੇ ਅਸੀਂ ਅਮਾਈਨੋ ਐਸਿਡ ਵਗੈਰਾ NPK ਕਰ ਰਹੇ ਹੁੰਦੇ, ਉਹਦੀ ਬਜਾਏ ਉਹੀ ਖਰਚਾ ਸੀ ਇਹਦੇ ਪਾਉਣਾ, ਇਜ਼ਾਫੀ ਖਰਚਾ ਨਹੀਂ। ਇੱਕ ਚੀਜ਼। ਦੂਸਰੀ ਚੀਜ਼ ਫਾਸਫੋਰਸ। ਪਨੀਰੀ ਤੇ ਫਾਸਫੋਰਸ ਜਿਹੜੀ ਮਿਸ ਕਰ ਜਾਣੀ ਹੈ ਥੋੜੀ ਜਿਹੀ ਲਾਪਰਵਾਹੀ ਨਾਲ, ਥੋੜੀ ਫਾਸਫੋਰਸ ਨਾਲ ਗੁਜ਼ਾਰਾ ਕਰ ਲੈਣਾ ਹੈ, ਜਾਂ ਖੁੱਲੀ ਨਹੀਂ ਲੱਭੀ ਜਾਂ ਹੋਰ ਮਾਮਲਾਤ ਆ ਜਾਂਦੇ ਨੇ, ਉਹਦੀ ਵਜ੍ਹਾ ਤੋਂ ਉਹਦੇ ਨਾਲੋਂ ਬਿਹਤਰ ਇਹ ਹੈ ਕਿ ਅਸੀਂ ਫਾਸਫੋਰਸ ਪਨੀਰੀ ਤੇ ਪੂਰੀ ਲਈਏ। ਔਰ ਉਹਦੇ ਵਿੱਚ ਲਿਕੁਇਡ ਫਾਸਫੋਰਸ ਕਿਉਂ ਜ਼ਰੂਰੀ ਹੈ ਕਿ ਸਾਰੀ 25 ਦਿਨ ਉਮਰ ਹੁੰਦੀ ਪਨੀਰੀ ਦੀ। ਦਾਣਾ ਪਹਿਲੇ ਜ਼ਮੀਨ ਜਾਵੇਗਾ, ਘੁਲੇਗਾ, ਜੜ ਉਹਨੂੰ ਚੁੱਕੇਗੀ, ਇਹ 7 ਦਿਨ ਦਾ ਪ੍ਰੋਸੀਜਰ ਹੈ। DAP ਵਾਸਤੇ 15 ਦਿਨ ਦਾ ਪ੍ਰੋਸੀਜਰ। ਹਲ ਪਸੀਰ ਖਾਦਾ 7 ਦਿਨ ਦਾ ਪ੍ਰੋਸੀਜਰ ਹੈ। DAP ਪੂਰੀ ਪਾਣੀ 'ਚ ਹਲ ਪਸੀਰ ਨਹੀਂ ਹੈ, ਔਖੀ ਹੈ, ਤੇ 15 ਕੁ ਦਿਨ ਤੇ ਇਸੇ ਕੰਮ ਤੇ ਲੱਗ ਜਾਂਦੇ ਨੇ। ਉਨੀ ਦੇਰ ਨੂੰ ਜਿਹੜੀ ਪਨੀਰੀ ਦੀ ਉਮਰ ਪੂਰੀ ਕਰ ਜਾਂਦੀ, ਫਿਰ ਉਹ ਪਨੀਰੀ ਸਾਡੀ ਜਿਹੜਿਆਂ ਨੂੰ ਪਾਵਰ ਵਿੱਚ ਨਹੀਂ ਆਉਂਦੀ। ਲਿਕੁਇਡ ਫਾਸਫੋਰਸ ਬਣਾਉਣ ਦਾ ਮਕਸਦ ਹੁੰਦਾ ਕਿ ਫੌਰੀ ਲੱਗ ਜਾਏ, ਹਲ ਪਸੀਰੀ ਵਾਲਾ ਜਿਹੜਾ ਵਿੱਚ 10-15 ਦਿਨ ਦਾ ਗੈਪ ਹੈ ਉਹ ਖਤਮ ਹੋ ਜਾਵੇ। ਤੇ ਪਰਫੈਕਟ ਰੈਡ ਇਸ ਹਵਾਲੇ ਨਾਲ ਇੱਕ ਬਿਹਤਰੀਨ ਆਪਸ਼ਨ ਹੈ ਕਿ ਮਲਟੀਨੈਸ਼ਨਲ ਅਦਾਰੇ ਦਾ ਇੱਕ ਪ੍ਰੋਡਕਟ ਹੈ, ਇਹਨੂੰ ਤੁਸੀਂ ਪਨੀਰੀ ਦੇ ਵਿੱਚ ਫਲੱਡ ਕਰੋ, ਸਬਜ਼ੀਆਂ ਦੇ ਵਿੱਚ ਫਲੱਡ ਕਰੋ। ਲਿਕੁਇਡ ਫਾਸਫੋਰਸ ਦੇ ਵਿੱਚ ਇੱਕ ਮਿਆਰ ਹੈ, ਇਤਮਾਦ ਵਾਲੀ ਚੀਜ਼, ਉਹਦੇ ਵਿੱਚ ਓਲਾ ਨਹੀਂ ਹੈ, 2 ਨੰਬਰੀ ਨਹੀਂ ਹੈ, ਕੋਈ ਇਹ ਨਹੀਂ ਕਹਿ ਸਕਦਾ ਕਿ ਸਟੈਂਡਰਡ ਤੇ ਪਾਕਿਸਤਾਨ ਗੌਰਮੈਂਟ ਤੋਂ ਆਥੋਰਾਈਜ਼ਡ ਪ੍ਰੋਡਕਟ। ਹੁਣ ਅਸੀਂ ਦੂਸਰੀ ਗਲਤੀ ਹੁੰਦੀ ਹੈ ਬੂਟਿਆਂ ਦੀ ਤਾਦਾਦ ਪੂਰੀ ਕਰਨਾ ਜਿਹੜਾ ਨਾ ਇਹ ਬੜਾ ਜ਼ਰੂਰੀ ਹੈ। ਲੇਬਰ ਨੂੰ ਲਾਲਚ ਦਿਓ, 100-200 ਉੱਤੇ ਦਿਓ, ਤੁਹਾਡਾ ਉਹ ਮੈਨੇਜ ਲੇਬਰ ਤੁਸੀਂ ਆਪ, ਇਹ ਮਹਿਕਮਾ ਤੁਹਾਡਾ ਹੈ, ਇਹਨੂੰ ਤੁਸੀਂ ਮੈਨੇਜ ਕਰਕੇ ਕਿ ਬੂਟੇ ਅਗਰ ਅਸੀਂ ਪੂਰੇ ਕਰ ਜਾਈਏ ਤੇ ਉਹ ਮਨ ਪੂਰੇ ਹੋ ਗਿਆ ਨਾ। ਤੇ ਬੂਟਿਆਂ ਦੀ ਤਰ੍ਹਾਂ ਇਹ ਦੋ ਨਾ ਐਵੇਂ ਨਿੱਕੀਆਂ ਗਲਤੀਆਂ ਜੋ ਬੁਨਿਆਦੀ ਨੇ, ਇਹ ਸ਼ੁਰੂ ਵਿੱਚ ਹੀ ਮਿਸ ਹੋ ਜਾਂਦੀਆਂ। ਅੱਛਾ, ਬਾਅਦ ਵਿੱਚ ਅਸੀਂ ਕੀ ਕਰਨੇ ਆ, ਇਜ਼ਾਫੀ ਖਰਚਾ 2 ਥੈਲੇ ਯੂਰੀਆ ਵੀ ਇਜ਼ਾਫੀ ਲਾ ਲੈਣੇ ਯਾਰ ਮੰਜੀ, ਉਹ ਪਾਵਰ ਨਹੀਂ ਫੜਦੀ ਪਈ। ਪੋਟਾਸ਼ ਜਿੱਥੇ ਬਾਕੀਆਂ ਨੇ ਘੱਟ ਲਾਈ ਮੈਂ ਵੱਧ ਲਾਈ, ਉਹ ਇਜ਼ਾਫੀ ਖਰਚਾ ਤੇ ਉਹਨੇ ਬੂਟਿਆਂ ਨੂੰ ਹੀ ਮਿਲਣਾ ਨਾ ਜਿੰਨੇ ਹਨ। ਬੂਟੇ ਹੀ ਘੱਟ ਨੇ, ਫੈਕਟਰੀਆਂ ਹੀ ਘੱਟ ਹੋ ਗਈਆਂ। ਇਹ ਪੌਦਾ ਇੱਕ ਫੈਕਟਰੀ ਹੈ। ਪਹਿਲੀ ਪੌਦਿਆਂ ਦੀ ਤਾਦਾਦ ਪੂਰੀ ਹੋ ਜਾਵੇ, ਫਾਸਫੋਰਸ ਉਹਨੂੰ ਸ਼ੁਰੂ ਵਿੱਚ ਹੀ ਲੱਗੇ, ਉਹ ਬੂਟਾ ਤਗੜਾ ਹੋ ਜਾਵੇ, ਫਿਰ ਉਹਨੂੰ ਸਟੀਰਾਇਡ ਜਿਹੜਾ ਬਰਾਸੀਨੋਸਟੀਰਾਇਡ ਹੈ
ਉਹਦਾ ਸਪਰੇਅ ਹੋ ਜਾਵੇ, ਉਹਦੇ ਨਾਲ ਇਹ ਹੋਏਗਾ ਵੀ ਉਹ ਪਨੀਰੀ ਸ਼ੁਰੂ ਵਿੱਚ ਬੁਨਿਆਦੀ ਤੌਰ ਤੇ ਜਿਹੜੀ ਮਜ਼ਬੂਤ ਹੋਏਗੀ ਉਹ ਐਂਡ ਤੇ ਲੜੇਗੀ। ਜਿਸ ਵਕਤ ਪੋਲੀਨੇਸ਼ਨ ਹੈ ਗਰਮੀ ਜ਼ਿਆਦਾ ਹੋਏਗੀ ਉਸ ਵਕਤ ਉਹ ਲੜੇਗੀ। ਤੀਸਰੀ ਚੀਜ਼ ਇਹ ਹੈ ਕਿ ਪੋਟਾਸ਼। ਹੁਣ ਪੋਟਾਸ਼ ਦੇ ਵਿੱਚ ਸਾਡੇ ਕੋਲ ਨਾ ਆਪਸ਼ਨ ਹੁੰਦੀ ਕੋਈ ਸਲਫਰ ਵਾਲੀ ਪੋਟਾਸ਼ ਪਾਕਿਸਤਾਨ ਪੂਰੇ ਚੱਲ ਰਹੀ ਐਸਓਪੀ ਤੋਂ ਅਗਲੀ ਕੋਈ ਸ਼ੈ ਐਸੀ ਹੋਵੇ ਕਿ ਜ਼ਿਮੀਦਾਰ ਸਲਫਰ ਅਲੱਗਾ 2 ਕਿਲੋ ਵੀ ਪਾ ਰਿਹਾ ਤੇ ਫਿਰ ਉਹ ਪੋਟਾਸ਼ ਦੇ ਨਾਲ ਸਲਫਰ ਦੇ ਪੈਸੇ ਕਿਉਂ ਭਰੇ? ਸਵਾਲ ਹੈ ਕਿ 18% ਸਲਫਰ ਹੈ 50% ਪੋਟਾਸ਼ ਹੈ, ਜਿੰਨੀ ਐਸਓਪੀ ਉਹਦਾ ਫਾਰਮੂਲਾ ਇਹ ਹੀ। ਕੋਈ ਸਲਫਰ 46 ਲਿਖੀ ਜਾਵੇ 47 ਲਿਖੀ ਜਾਵੇ ਉਹ ਗਮਾਟੂ ਪਾਉਂਦਾ ਪਿਆ ਕੰਨ ਫੜ ਇਦੂ ਦੀ ਇਦੂ ਫੜਦਾ। ਐਸਓਪੀ ਦਾ ਫਾਰਮੂਲਾ ਸਲਫਰ 18% ਪੋਟਾਸ਼ 50% ਪਾਊਡਰ ਹੈ ਬਾਹਰੋਂ ਹੁੰਦਾ ਸਾਰੀਆਂ ਕੰਪਨੀਆਂ ਤੇ। ਮੈਂ ਇਹ ਗੱਲ ਕਰਨਾ ਮੈਨੂੰ ਗੋਬ ਤੇ ਸਲਫਰ ਦੀ ਜ਼ਰੂਰਤ ਨਹੀਂ, ਮੈਂ ਆਣਾ ਮੈਨੂੰ ਪੋਟਾਸ਼ ਹੀ ਮਿਲੇ ਤੇ ਜਾਂ ਕੋਈ ਐਸੀ ਚੀਜ਼ ਮਿਲੇ ਜਿਹੜੀ ਮੈਨੂੰ ਗੋਬ ਤੇ ਆ ਕੇ ਚਾਹੀਦੀ। ਉਹਦੇ ਵਿੱਚ ਐਲੀਮੈਂਟ ਜਿਹੜਾ ਹੁਣ ਲੇਟੈਸਟ ਆਇਆ ਉਹ ਆਈ ਹੈ MKP 05234। ਨਾਈਟ੍ਰੋਜਨ ਸਾਨੂੰ ਉਸ ਟਾਈਮ ਨਹੀਂ ਚਾਹੀਦੀ, ਕੱਚੀ ਹੋਵੇਗੀ ਫਸਲ ਉਹਨੂੰ ਜਲਸਾਓ ਜ਼ਿਆਦਾ ਪਊ, ਬਲਾਸਟ ਦਾ ਟੈਗ ਨਹੀਂ ਚਾਹੀਦੀ। 052 ਕੀ ਹੈ? ਫਾਸਫੋਰਸ। ਪੋਟਾਸ਼ ਦੇ ਟਾਈਮ ਵੀ ਫਾਸਫੋਰਸ ਚਾਹੀਦੀ ਹੈ ਕਿਉਂਕਿ ਪੋਲੀਨੇਸ਼ਨ ਦੇ ਟਾਈਮ ਅਗਰ ਫਾਸਫੋਰਸ ਨਹੀਂ ਮਿਲੇਗੀ ਤੇ ਪੌਦੇ ਨੂੰ ਪੋਲੀਨੇਸ਼ਨ ਦੀ ਮਜ਼ਬੂਤੀ ਕਿਹੜੀ ਚੀਜ਼ ਦੇਵੇਗੀ? ਸਲਫਰ ਨੇ ਤੇ ਜ਼ਮੀਨ ਹੀ ਨਰਮ ਕਰਨੀ ਹੈ ਨਾ, ਜ਼ਮੀਨ ਦੀ ਕੋਈ ਚੀਜ਼ ਹੈ ਤੇ ਉਹ ਚੁੱਕ ਕੇ ਦੇਣੀ ਸਲਫਰ ਬਜ਼ਾਤੇ ਕੋਲ। ਹੁਣ 05234 ਆ ਗਈ ਹੈ ਜਿਹੜੀ ਕਿ MKP ਇਹ MAP ਇਹ ਉਹ 1744 ਤੋਂ ਅਗਲੀ ਇੱਕ ਫਾਰਮ ਜਿੱਥੇ 8 ਕਿਲੋ 10 ਕਿਲੋ SOP ਫਲੱਡ ਹੋਣੀ ਹੈ, MKP 5 ਕਿਲੋ ਕਿੱਲੇ ਨੂੰ ਫਲੱਡ ਹੋਣੀ ਕਿਉਂਕਿ ਇਹ ਮਹਿੰਗਾ ਪ੍ਰੋਡਕਟ ਹੈ। 1 ਕਿਲੋ ਦੇ ਵਿੱਚ ਮੈਨੂੰ ਫਾਸਫੋਰਸ DAP ਵੀ ਮਿਲ ਰਹੀ, 1 ਕਿਲੋ 'ਚ ਮੈਨੂੰ ਪੋਟਾਸ਼ ਮਿਲ ਰਹੀ। ਮਹਿੰਗਾ ਪ੍ਰੋਡਕਟ ਹੈ ਜਿੱਥੇ ਯਾਨੀ ਕਿ 10-12 ਹਜ਼ਾਰ ਦਾ ਥੈਲਾ ਹੈਗਾ SOP 25 ਕਿਲੋ ਦਾ, ਉਹ 25 ਕਿਲੋ ਦਾ ਥੈਲਾ 25-30-26 ਹਜ਼ਾਰ ਦਾ ਉਹ 5 ਕਿਲੋ ਪੈਂਦਾ ਹੈ। ਲੇਕਿਨ ਫਾਸਫੋਰਸ ਹੋਣ ਦੀ ਵਜ੍ਹਾ ਤੋਂ ਉਹ ਲੇਟੈਸਟ ਕੈਮੀਕਲ ਹੋਣ ਦੀ ਵਜ੍ਹਾ ਤੋਂ ਉਹਦਾ ਰਿਜ਼ਲਟ ਵੱਧ ਜਾਂਦਾ। ਇਹ ਸਾਨੂੰ ਮਾਹੌਲ ਨੂੰ ਲੜਨ ਵਾਸਤੇ ਫਾਸਫੋਰਸ ਨੂੰ ਗੋਬ ਤੇ ਵੀ ਤੇ ਸ਼ੁਰੂ ਮੋਢੇ 'ਚ ਵੀ ਇਹ ਲਿਆਉਣਾ ਪੈਂਦਾ। ਇਸ ਤੋਂ ਇਲਾਵਾ ਕੋਈ ਕਹੋ ਨਾ ਵੀ ਆ ਫਲਾਣੀ ਬੋਤਲ ਫਾਰਮੂਲਾ ਜਿੰਨ ਬੰਦ ਤੇ ਐਵਰੇਜ ਵੱਧ ਜਾਏਗੀ, ਉਹ ਝੂਠ ਹੈ। ਪ੍ਰੋਡਕਟ ਜਿਹੜੇ ਕੈਮੀਕਲ ਮਾਰਕੀਟ ਹੈ ਰਿਸਰਚ ਚੱਲ ਰਹੀ ਹੁੰਦੀ, ਰਿਸਰਚ ਤੇ ਖੇਡੋ। ਜਿਹੜੇ ਨੈਟ ਵੀ ਹੈ ਅੱਗੇ ਪਿੱਛੇ ਗੋਰਾ ਕਿਵੇਂ ਸਾਡੀ ਐਵਰੇਜ ਮੌਸਮਾਂ ਦੇ ਵਿੱਚ ਲੈ ਰਿਹਾ ਹੈ, ਉਹ ਫਾਸਫੋਰਸ ਤੇ ਪੋਟਾਸ਼ ਔਰ ਸਿਲੀਕਾ ਕੁਝ ਕੰਪਨੀਆਂ ਵੀ ਦੇ ਰਹੀਆਂ, ਉਹ ਵੀ ਅੱਛਾ ਪ੍ਰੋਡਕਟ ਹੈਗਾ ਮੌਸਮੀ ਸ਼ਿੱਦਤ ਦੇ ਖਿਲਾਫ ਲੜਨ ਵਾਸਤੇ। ਸਿਲੀਕਾ ਵੀ ਅੱਛਾ ਹੈ। ਹਿਊਮਿਕ ਐਸਿਡ ਕਿਆ ਗਰਮੀ ਦੀ ਸ਼ਿੱਦਤ ਤੋਂ ਬਚਾਵੇਗਾ? ਨਹੀਂ ਬਚਾਵੇਗਾ। ਕਿਆ ਸਾਡਾ ਕੋਈ ਹੋਰ ਪ੍ਰੋਡਕਟ ਮਸਲਨ ਅਸੀਂ ਲਾ ਰਹੇ ਹਾਂ ਜ਼ਿੰਕ ਫਲੱਡ, ਜ਼ਿੰਕ ਨੇ ਸ਼ਾਖਾਂ ਵਧਾਣੀਆਂ ਨੇ, ਕਿਆ ਗਰਮੀ ਤੋਂ ਬਚਾਉਣ 'ਚ ਮਦਦ ਕਰੇਗਾ ਪੌਦੇ ਦੀ? ਸਾਡਾ ਚੈਲੰਜ ਇਹ ਹੁੰਦਾ ਹੈ ਕਿ ਜਿਵੇਂ ਹੁਣ ਅਗੇਤੀ 15 ਜਦੋਂ ਨਾ ਬੂਟਾ ਭਰਪੂਰ ਤਰੀਕੇ ਨਾਲ ਨਿਸਰੇ ਔਰ ਸਾਰਾ ਦਾਣਾ ਭਰੀ ਜਾਵੇ। ਅਗਰ ਇਹ ਅਸੀਂ ਕੰਮ ਕਰ ਜਾਈਏ ਤੇ ਐਵਰੇਜ ਬਣ ਗਈ ਨਾ। ਤੇ ਦੂਸਰਾ ਬੂਟਿਆਂ ਦੀ ਤਾਦਾਦ ਹੈ ਤੇ ਸ਼ੁਰੂ ਵਿੱਚ ਫਾਸਫੋਰਸ ਹੱਲ ਪਜ਼ੀਰ ਫਾਸਫੋਰਸ ਫਲੱਡ ਹੋਵੇ, ਸਾਡੀ ਜ਼ਮੀਨ ਡੈਮੇਜ ਵੀ ਨਾ ਹੋਵੇ ਤੇ ਬੂਟਾ ਵੀ ਜਿਹੜਾ ਇਹ ਸਾਡਾ ਪਰਫੈਕਟ ਰੈਡ ਪ੍ਰੋਡਕਟ ਹੈ। ਹੁਣ ਤੁਸੀਂ ਇਸਤੇਮਾਲ ਕਰੋ, ਰਿਜ਼ਲਟ ਵੇਖੋ, ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਣੀ, ਦੱਸੋ ਕਿ ਇਹ ਚੀਜ਼ ਤੁਹਾਡੀ ਅੱਛੀ ਹੈ, ਇਹ ਚੀਜ਼ ਮਾੜੀ ਹੈ। ਅਸੀਂ ਉਸੇ ਤਰੀਕੇ ਨਾਲ ਮੈਸੇਜ ਕਨਵੇ ਅੱਗੇ ਕਰਕੇ ਚੀਜ਼ਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ।